ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ, ਗੁਰਬਾਣੀ ਦੇ ਵਿੱਚੋਂ, ਗੁਰਬਾਣੀ ਦੀ ਰੋਸ਼ਨੀ ਦੇ ਅਨੁਸਾਰ ਬੰਦੀ ਕੌਣ ਹੈ, ਬੰਦੀ ਛੋੜ ਕੌਣ ਹੈ, ਰਾਮ ਕੌਣ ਹੈ, ਰਾਵਣ ਕੌਣ ਹੈ ਅਤੇ ਦੀਵਾ ਕਿਹੜਾ ਹੈ ਜੋ ਅਸੀਂ ਬਾਲਣਾ ਹੈ, ਉਹ ਆਪਾਂ ਅੱਜ ਇੱਕ ਛੋਟੇ ਜਿਹੇ ਵੈਬੀਨਾਰ ਸੀਰੀਜ਼ ਦੇ ਵਿੱਚ ਸਮਝਣ ਦਾ ਉਪਰਾਲਾ ਕਰਦੇ ਹਾਂ। ਸਭ ਤੋਂ ਪਹਿਲਾਂ ਮੈਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਮੇਰੇ ਮੈਂਟਲ ਲੌਕਅਪ ਨੇ, ਜਿਹੜੇ ਮੇਰੇ ਔਗਣ ਨੇ, ਉਹ ਮੇਰੇ ਬੰਧਨ ਨੇ। ਜਿਵੇਂ ਕਿ ਅਸੀਂ ਗੁਰਬਾਣੀ ਦੀ ਪੰਕਤੀ ਦੇ ਵਿੱਚੋਂ ਦੇਖ ਪਾ ਰਹੇ ਹਾਂ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਮੈਂ ਦੇਖਣਾ ਹੈ ਕਿ ਮੇਰੇ ਕੋਲ ਮਾਇਆ ਦੀ ਕਿੰਨੀ ਕੁ ਮੈਲ ਹੈ। ਜਿੰਨੀ ਕਿ ਮੇਰੇ ਕੋਲ ਵੱਡੀ ਮੈਲ ਹੈ, ਉਨੀਆਂ ਹੀ ਮੇਰੀਆਂ ਵੱਡੀਆਂ ਜੰਜੀਰਾਂ ਨੇ। ਇਹ ਜੰਜੀਰਾਂ ਜੋ ਨੇ ਮੇਰੇ ਕੋਲ ਮਾਇਆ ਦੇ ਵਿੱਚ, ਮੈਨੂੰ ਜਿਨ੍ਹਾਂ ਨੇ ਫਸਾਇਆ ਹੋਇਆ ਹੈ, ਇਹ ਜੰਜੀਰਾਂ ਮੈਨੂੰ ਆਪਣੀ ਜੋਤ ਵੱਲ, ਉਹਦੀ ਗੱਲ ਸੁਣਨ ਵੱਲ ਹਮੇਸ਼ਾ ਅੱਗੇ ਵਧਣ ਤੋਂ ਰੋਕ ਰਹੀ ਹੈ। ਉਹ ਜੋਤ ਦੀ ਗੱਲ ਮੰਨਣ ਵੱਲ, ਸੁਣਨ ਵੱਲ ਜਦੋਂ ਮੈਨੂੰ ਮੇਰੀਆਂ ਜੰਜੀਰਾਂ ਰੋਕ ਰਹੀਆਂ, ਮੇਰਾ ਕਦਮ ਅੱਗੇ ਵਧਣ ਦੇ ਵਿੱਚ ਮੈਨੂੰ ਤਕਲੀਫ ਹੋ ਰਹੀ ਹੈ, ਤਾਂ ਮੈਂ ਉਹ ਗੁਰਬਾਣੀ ਦੇ ਦੱਸੇ ਹੋਏ ਰਸਤੇ ਤੇ ਨਾ ਚੱਲਦਾ ਹੋਇਆ ਉਸ ਆਨੰਦ ਨੂੰ ਨਹੀਂ ਮਾਣ ਸਕਦਾ, ਜਿਸ ਆਨੰਦ ਨੂੰ ਮਾਣਨ ਵਾਸਤੇ, ਜਿਸ ਆਨੰਦ ਵੱਲ ਤੁਰਨ ਵਾਸਤੇ ਜਾਂ ਉਹਨੂੰ ਅਚੀਵ ਕਰਨ ਵਾਸਤੇ ਮੈਂ ਆਪਣਾ ਸੰਸਾਰਕ ਸਫ਼ਰ ਸ਼ੁਰੂ ਕੀਤਾ ਸੀ। ਗੁਰਬਾਣੀ ਦੀ ਦੂਜੀ ਪੰਕਤੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਸੋ ਇਹ ਅਗੇਨ ਜਿਹੜੀਆਂ ਵੀ ਮਾਇਆ ਦੇ ਵਿੱਚ ਮੇਰੀਆਂ ਆਪਣੀਆਂ ਜਿਹੜੀਆਂ ਇੰਪਿਉਰਿਟੀਜ਼, ਜਿਹਨੂੰ ਅਸੀਂ ਸਾਹਮਣੇ ਦੇਖ ਪਾ ਰਹੇ ਹਾਂ, ਮੇਰੇ ਅਵਗੁਣ, ਇਹ ਮੈਨੂੰ ਆਪਣੇ ਆਪ ਨੂੰ ਸਮਝਾਉਣਾ ਹੈ, ਐਕਸੈਪਟ ਕਰਾਉਣਾ ਹੈ ਕਿ ਮੈਂ ਭਰਿਆ ਹੋਇਆ ਅਵਗੁਣਾਂ ਨਾਲ। ਮੈਂ ਆਪਣੇ ਗੁਣ ਗਵਾਏ ਨੇ। ਮੇਰੇ ਜਦੋਂ ਹਰੀ ਬਿਸਰਤ ਤੇਰੇ ਗੁਣ ਗਲਿਆ, ਜਦੋਂ ਮੇਰੇ ਗੁਣ ਗਲੇ ਨੇ ਤਾਂ ਮੈਨੂੰ ਹੁਣ ਔਗਣਾਂ ਨੇ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਸੋ ਹੁਣ ਇਹ ਜਿਹੜੇ ਔਗਣ ਨੇ ਮਾਇਆ ਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਦੁਆਰਾ, ਉਹਨਾਂ ਦੇ ਥਰੂ ਜਦੋਂ ਮੈਨੂੰ ਆਪਣੇ ਕੰਟਰੋਲ ਵਿੱਚ ਲੈ ਰਹੇ ਨੇ, ਤਾਂ ਉਸ ਕੰਟਰੋਲ ਦੇ ਵਿੱਚ ਚੱਲਦਾ ਹੋਇਆ ਮੈਂ ਇਹ ਭੁੱਲ ਗਿਆ ਕਿ ਮੈਂ ਇੱਕ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਸੀ, ਮੈਂ ਇੱਕ ਸੱਚ ਦੀ ਪ੍ਰਾਪਤੀ ਕਰਨੀ ਸੀ। ਸੋ ਮੈਂ ਉਸ ਗਿਆਨ ਦੇ ਮੈਸੇਜ ਨੂੰ ਛੱਡਿਆ, ਉਸ ਜੋਤ ਦੀ ਆਵਾਜ਼, ਉਹਨੂੰ ਅਸੀਂ ਛੱਡ ਕੇ ਤਾਂ ਮੈਂ ਮਾਇਆ ਦਾ ਆਨੰਦ ਮਾਣਨ ਲੱਗ ਗਿਆ। ਹੁਣ ਇਹ ਆਨੰਦ, ਮਾਇਆ ਦਾ ਆਨੰਦ, ਐਸਾ ਆਨੰਦ ਸੀ ਕਿ ਇਸ ਆਨੰਦ ਦੇ ਵਿੱਚ ਫਿਰ ਮੈਨੂੰ ਦੁੱਖ ਭੋਗਣੇ ਪੈ ਰਹੇ ਨੇ। ਇੱਥੇ ਹਰੇਕ ਚੀਜ਼ ਦੇ ਵਿੱਚ, ਹਰੇਕ ਮਾਇਆਵੀ ਸੁੱਖ ਦੇ ਵਿੱਚ ਬਹੁਤ ਵੱਡੇ ਦੁੱਖ ਛੁਪੇ ਹੋਏ ਨੇ। ਮੈਂ ਹਰੇਕ ਆਪਣੇ ਅਚੀਵਮੈਂਟ ਤੇ ਜਦੋਂ ਛਾਲ ਮਾਰੀ, ਉਹਦੇ ਨਾਲ ਕਈ ਦੁੱਖ ਵੀ ਮੇਰੇ ਜੀਵਨ ਦੇ ਵਿੱਚ ਉਸੇ ਸਮੇਂ ਆ ਗਏ, ਜਿਨ੍ਹਾਂ ਦੁੱਖਾਂ ਨੂੰ ਮੈਂ ਉਸ ਵੇਲੇ ਨਹੀਂ ਸਮਝ ਪਾਇਆ, ਪਰ ਬਾਅਦ ਦੇ ਵਿੱਚ ਉਹਨਾਂ ਨਾਲ ਮੈਂ ਸਟਰਗਲ ਕੀਤੀ ਆਪਣੇ ਜੀਵਨ ਨੂੰ ਅੱਗੇ ਵਧਾਉਣ ਲਈ। ਸੋ ਮੈਨੂੰ ਇਹ ਆਪਣੇ ਆਪ ਵੱਲ ਦੇਖਣਾ ਪਏਗਾ ਕਿ ਮੇਰਾ ਜਿਹੜਾ ਹੈ ਜੀਵਨ, ਉਹ ਅਵਗੁਣਾਂ ਨਾਲ ਭਰਿਆ ਹੋਇਆ ਹੈ। ਜੇ ਮੈਂ ਇਸ ਗੱਲ ਨੂੰ ਮੰਨ ਲੈਣਾ ਤਾਂ ਫਿਰ ਮੈਨੂੰ ਆਪਣੇ ਬੰਧਨਾਂ ਦੀ ਸਮਝ ਆ ਜਾਏਗੀ। ਸੋ ਇਹਨਾਂ ਬੰਧਨਾਂ ਨੂੰ ਫਿਰ ਮੈਂ ਅੱਗੇ ਜਾ ਕੇ ਜਿਹੜਾ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ, ਉਹ ਫਿਰ ਗੁਰਬਾਣੀ ਤੋਂ ਸਿੱਖਿਆ ਲੈ ਸਕਦਾ। ਸੋ ਜਦੋਂ ਇਹ ਸਾਰੇ ਬੰਧਨ ਬਹੁਤ ਜ਼ਿਆਦਾ ਵੱਡੇ ਹੋ ਗਏ, ਜਦੋਂ ਮਾਇਆ ਦੇ ਸੁੱਖ ਦੇ ਵਿੱਚ ਮੈਂ ਬੜਾ ਬੁਰੀ ਤਰ੍ਹਾਂ ਗ੍ਰਸਤ ਹੋ ਗਿਆ, ਮਾਇਆ ਦੀ ਹਰੇਕ ਚੀਜ਼ ਮੈਨੂੰ ਚੰਗੀ ਲੱਗਣ ਲੱਗ ਗਈ, ਜਦੋਂ ਮੈਂ ਆਪਣੀ ਜੋਤ ਤੋਂ ਬਿਲਕੁਲ ਵਿਸਰ ਗਿਆ, ਉਸ ਤੋਂ ਟੁੱਟ ਗਿਆ, ਤਾਂ ਗੁਰਬਾਣੀ ਮੈਨੂੰ ਕਹਿ ਰਹੀ ਹੈ ਕਿ ਭੁੱਲੋ ਰਾਵਣ ਮੁਗਧ ਅਚੇਤ। ਮੇਰਾ ਆਪਣਾ ਭੁੱਲਿਆ ਹੋਇਆ ਮਨ ਹੀ ਫਿਰ ਰਾਵਣ ਦਾ ਰੂਪ ਧਾਰਨ ਕਰ ਲੈਂਦਾ ਹੈ। ਉਹੀ ਹੀ ਅਸਲ ਵਿੱਚ ਫਿਰ ਰਾਵਣ ਹੈ, ਜਿਹੜਾ ਉਸ ਮਾਇਆ ਦੇ ਨਸ਼ੇ ਦੇ ਵਿੱਚ ਭੁੱਲਿਆ, ਆਪਣੇ ਜੋਤ ਨੂੰ ਭੁੱਲ ਗਿਆ ਔਰ ਆਪਣੇ ਜੋਤ ਤੋਂ ਟੁੱਟ ਕੇ ਮਾਇਆ ਦੇ ਜਿਹੜੇ ਰੋਗ ਸੀਗੇ ਉਹਨਾਂ ਦੇ ਵਿੱਚ ਗ੍ਰਸਤ ਹੋ ਕੇ ਉਹਨਾਂ ਰੋਗਾਂ ਦੇ ਵਿੱਚੋਂ ਹੀ ਆਨੰਦ ਮਾਣਨ ਲੱਗ ਗਿਆ।
ਸੋ ਇਹ ਮੈਨੂੰ ਆਪਣੇ ਆਪ ਨੂੰ ਸਮਝਾਉਣਾ ਪਏਗਾ। ਜੇ ਮੇਰੀ ਇਹ ਅਵਸਥਾ ਹੋ ਜਾਂਦੀ ਹੈ, ਜਿਵੇਂ ਕਿ ਅਸੀਂ ਇੱਥੇ ਦੇਖਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇੱਕ ਬੜਾ ਵੱਡਾ ਰੋਗ ਹੈ ਜਿਹੜਾ ਹਾਈ ਲੈਵਲ ਦੇ ਵਿੱਚ, ਇਹਦੇ ਥਰੂ ਫਿਰ ਮੇਰਾ ਜਿਹੜਾ ਜੀਵਨ ਚੱਲਦਾ ਹੈ, ਤਾਂ ਫਿਰ ਮੇਰੀ ਅਵਸਥਾ ਕੀ ਗੁਰਬਾਣੀ ਕਹਿ ਰਹੀ ਹੈ, ਲੁੱਟੀ ਲੰਕਾ ਸੀਸ ਸਮੇਤ। ਸੋ ਇਹ ਸਾਰਾ ਜਿੰਨਾ ਵੀ ਮੇਰਾ ਮਟੀਰੀਅਲ ਦੇ ਵਿੱਚ ਜਾਂ ਮਾਇਆ ਦੇ ਵਿੱਚ ਜਿਹੜਾ ਪਸਾਰ ਸੀਗਾ, ਇਹਦੇ ਵਿੱਚ ਜਿਹੜਾ ਮੇਰਾ ਪਸਾਰ ਸੀ, ਇਹਨੂੰ ਲੰਕਾ ਕਹਿ ਕੇ ਐਡਰੈਸ ਕੀਤਾ ਗੁਰਬਾਣੀ ਨੇ। ਪਰ ਕਿਉਂਕਿ ਮੇਰੇ ਕੋਲ ਗੁਰਮਤਿ ਦਾ ਗਿਆਨ ਨਾ ਹੋਣ ਕਰਕੇ ਮੈਂ ਜਿਹੜੀ ਹੈ ਉਹ ਆਪਣੀ ਜਿਹੜੀ ਗਿਆਨ ਸੀਗਾ ਜਿਹੜਾ ਥੋੜਾ ਬਹੁਤਾ ਉਹ ਵੀ ਗਵਾ ਲਿਆ, ਤੇ ਜਿਹੜਾ ਇਹ ਪਸਾਰ ਸੀਗਾ ਸਮਾਂ ਪਾ ਕੇ ਇਹ ਵੀ ਸਾਰਾ ਮੇਰਾ ਸਾਥ ਛੱਡ ਗਿਆ। ਸੋ ਇਹ ਮੈਨੂੰ ਸਮਝਣਾ ਹੈ ਕਿ ਮੈਂ ਆਪਣੇ ਹੰਕਾਰ ਤੋਂ ਜਿਹੜਾ ਉਹਦੇ ਵਿੱਚ ਫਸ ਕੇ ਮੈਂ ਸਤਿਗੁਰ ਦੀ ਗੱਲ ਨੂੰ ਨਹੀਂ ਸੁਣਿਆ, ਤਾਂ ਇਸ ਕਰਕੇ ਮੈਂ ਕਦੇ ਵੀ ਆਪਣੇ ਟਾਰਗੇਟ ਵੱਲ, ਆਪਣੇ ਲਾਹਾ ਲੈਣ ਦੇ ਰਸਤੇ ਤੇ ਨਹੀਂ ਚੱਲ ਸਕਿਆ। ਤਾਂ ਕਿਉਂਕਿ ਮੈਂ ਗਰਭ ਦੇ ਵਿੱਚ ਆਪਣਾ ਜੀਵਨ ਜਿੰਦਾ ਰਿਹਾ, ਉਸ ਈਗੋ ਕਰਕੇ ਮੈਂ ਆਪਣਾ ਹੀ ਰਾਵਣ ਦਾ ਸਰੂਪ ਬਣਾ ਬੈਠਾ। ਹੁਣ ਜਿਹੜੀ ਗੱਲ ਆਂਦੀ ਹੈ, ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਫਿਰ ਉਹਨਾਂ ਬੰਧਨਾਂ ਤੋਂ ਛੁਟਕਾਰਾ ਕਿਵੇਂ ਪਾਵਾਂ। ਸੋ ਫਿਰ ਗੁਰਬਾਣੀ ਨੇ ਸਾਨੂੰ ਸਿੱਖਿਆ ਦਿੱਤੀ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਹੁਣ ਮੈਨੂੰ ਗੁਰਮਤਿ ਕੋਲ ਵਾਪਸ ਆਣਾ ਹੀ ਪਏਗਾ, ਮੇਰੇ ਕੋਲ ਹੋਰ ਕੋਈ ਦੂਜੀ ਆਪਸ਼ਨ ਨਹੀਂ ਬਚਦੀ ਹੈ। ਤਾਂ ਜਿੰਨਾ ਮੈਨੂੰ ਇਹ ਗੱਲ ਨੂੰ ਸਮਝ ਆਏਗੀ, ਜਿੰਨਾ ਜ਼ਿਆਦਾ ਮੈਂ ਗੁਰਬਾਣੀ ਦੀ ਗਾਈਡੈਂਸ ਦੇ ਵਿੱਚ ਆਂਦਾ ਜਾਵਾਂਗਾ, ਮੈਂ ਆਪਣੇ ਜੀਵਨ ਦੀਆਂ ਬੰਧਨਾਂ ਨੂੰ, ਜਿਵੇਂ ਕਿ ਆਪਾਂ ਗੱਲ ਕਰਕੇ ਆਏ ਹਾਂ, ਸਮਝਦਾ ਹੋਇਆ ਗੁਰਮਤਿ ਦੇ ਗਿਆਨ ਦੇ ਕੋਲ, ਗੁਰਮਤਿ ਦੀ ਰੋਸ਼ਨੀ ਦੇ ਕੋਲ ਆਵਾਂਗਾ। ਫਿਰ ਮੈਨੂੰ ਗੁਰਬਾਣੀ ਉਹ ਗਿਆਨ ਦੇਗੀ, ਉਹ ਸਪੋਰਟ ਦੇਗੀ, ਜਿਹੜੀ ਮੈਨੂੰ ਇਹਨਾਂ ਬੰਧਨਾਂ ਨੂੰ ਕੱਟਣ ਦੇ ਵਿੱਚ ਸਹਾਇਤਾ ਕਰਨਗੇ। ਸੋ ਗੁਰਬਾਣੀ is the only source which can help me get rid of these materialistic challenges and the change around them. ਸੋ ਸਾਨੂੰ ਇਹ ਹਮੇਸ਼ਾ ਸਮਝਣਾ ਪਏਗਾ ਕਿ ਇੱਕੋ ਇੱਕ ਸੋਰਸ ਜੋ ਹੈ ਉਹ ਮੇਰੇ ਬੰਧਨ ਕੱਟ ਸਕਦਾ ਹੈ। ਜਦੋਂ ਬੰਧਨ ਕੱਟੇ ਜਾਂਦੇ ਆ ਤਾਂ ਗੁਰਬਾਣੀ ਕਹਿ ਰਹੀ ਹੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਫਿਰ ਇਹ ਜਿਹੜੀ ਬੇਕਾਰ ਦੇ ਵਿੱਚ ਪਹਿਲਾਂ ਜੀਵਨ ਜੀ ਰਿਹਾ ਸੀ, ਉਹਦੇ ਤੋਂ ਆਪਣੇ ਆਪ ਹੀ ਉਹ ਹਟ ਜਾਂਦਾ ਹੈ। ਸੋ ਅਨਿਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਭਏ, ਅੰਧ ਕੂਪ ਮਹਾ ਘੋਰ ਤੇ ਬਾਹ ਪਕੜ ਗੁਰ ਕਾਢ ਲਿਏ। ਸੋ ਜਿੰਨਾ ਜ਼ਿਆਦਾ ਮੈਂ ਗੁਰਮਤਿ ਦੇ ਗਿਆਨ ਦੇ ਵਿੱਚ ਆਇਆ, ਉਹਦੇ ਅਨੁਸਾਰ ਜੀਵਨ ਜਿੰਦਾ ਗਿਆ, ਤਾਂ ਜਿੰਨੇ ਵੀ ਮੈਂ ਪਹਿਲਾਂ ਆਪਣੇ ਮਾਇਆ ਦੇ ਪਸਾਰ ਵਿੱਚ ਉਹਨੂੰ ਸੱਚ ਮੰਨ ਕੇ ਜੀਵਨ ਜੀ ਰਿਹਾ ਸੀ, ਉਹਨਾਂ ਸਾਰੇ ਜਿਹੜੇ ਪਸਾਰ ਦੇ ਵਿੱਚ ਮੈਂ ਗਲਤੀਆਂ ਕਰਦਾ ਆ ਰਿਹਾ ਸੀ, ਉਹਨਾਂ ਕੋਲੋਂ ਗੁਰਬਾਣੀ ਨੇ ਮੇਰਾ ਖਹਿੜਾ ਛੁਡਾਇਆ ਔਰ ਮੈਨੂੰ ਸੱਚ ਦਾ ਰਸਤਾ ਦਿਖਾਇਆ, ਔਰ ਸੱਚ ਦੇ ਰਸਤੇ ਤੇ ਚੱਲਣ ਲਈ ਸੋਝੀ ਔਰ ਸਮਰੱਥਾ ਬਖਸ਼ਿਸ਼ ਕੀਤੀ। ਪਰ ਉਹਦੇ ਵਾਸਤੇ ਮੈਂ ਹਮੇਸ਼ਾ ਹੁਣ ਗੁਰਬਾਣੀ ਦੀ ਗਾਈਡੈਂਸ ਦੇ ਵਿੱਚ ਹੀ ਰਹਿਣ ਵਾਸਤੇ ਪ੍ਰਣ ਕੀਤਾ। ਤਾਂ ਹੀ ਮੈਨੂੰ ਗੁਰਬਾਣੀ ਨੇ ਉਹ ਹੱਥ ਫੜਾਇਆ ਤੇ ਮੈਨੂੰ ਉਸ ਮਾਇਆ ਦੀ ਜਿਹੜੀ ਪਹਿਲਾਂ ਚਕਾ ਚੌਂਧ ਨੂੰ ਮੈਂ ਸੱਚ ਮੰਨ ਰਿਹਾ ਸੀ, ਉਹਦੀਆਂ ਕਮੀਆਂ ਪ੍ਰਤੱਖ ਕਰਕੇ ਮੇਰੇ ਜੀਵਨ ਵਿੱਚੋਂ ਹੀ ਮੈਨੂੰ ਦਿਖਾ ਦਿੱਤੀਆਂ। ਸੋ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਨੇ ਮੈਨੂੰ ਜਦੋਂ ਮੈਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕੀਤਾ, ਵਿਲਿੰਗਲੀ ਸਰੈਂਡਰ ਕੀਤਾ, ਤਾਂ ਗੁਰਬਾਣੀ ਨੇ ਮੈਨੂੰ ਹਮੇਸ਼ਾ ਉਹ ਸੱਚਾ ਇਨਸਾਫ ਕਰਕੇ ਉਸ ਸੱਚ ਦੇ ਰਸਤੇ ਤੇ ਤੁਰਨ ਲਈ ਗਾਈਡੈਂਸ ਦਿੱਤੀ ਔਰ ਪ੍ਰੇਰਨਾ ਦਿੱਤੀ, ਔਰ ਉਹਦੇ ਵਿੱਚੋਂ ਜਿਹੜੇ ਸੁੱਖ ਪ੍ਰਾਪਤ ਹੋਣੇ ਸੀ, ਉਹਨਾਂ ਦੇ ਨਾਲ ਜਿਹੜਾ ਮੇਰਾ ਜੀਵਨ ਚੱਲਣ ਲਈ ਮੈਨੂੰ ਰਸਤਾ ਦਿਖਾਇਆ। ਜਦੋਂ ਮੈਂ ਸੱਚ ਦੇ ਰਸਤੇ ਤੇ ਚੱਲ ਪਿਆ, ਤੁਰ ਪਿਆ, ਤਾਂ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹੁਣ ਜਿਹੜੀ ਮਾਇਆ ਦਾ ਜਿਹੜਾ ਹਨੇਰਾ ਸੀਗਾ, ਜਿਹੜਾ ਅਗਿਆਨਤਾ ਵਸ ਸੀਗਾ, ਜਿਹੜਾ ਕਿ ਮੈਂ
ਇੱਕ ਬਚਪਨ ਵਿੱਚ ਇਆਣਾ ਬਣ ਕੇ ਮੈਂ ਉਹ ਗਲਤੀਆਂ ਕਰ ਰਿਹਾ ਸੀਗਾ, ਅਗਿਆਨੀ ਬਣ ਕੇ ਉਹ ਗਲਤੀਆਂ ਕਰ ਰਿਹਾ ਸੀ। ਉਹ ਅਗਿਆਨ ਜਿਹੜਾ ਹੈ ਉਹ ਕੱਟਿਆ ਗਿਆ ਤਾਂ ਗੁਰ ਗਿਆਨ ਘੱਟ ਬਲਿਆ। ਜਿੱਦਾਂ ਹੀ ਇਹ ਗਿਆਨ ਦਾ ਦੀਵਾ ਮੇਰੇ ਅੰਦਰ ਬਲੇਗਾ ਤਾਂ ਹਮੇਸ਼ਾ ਉਹ ਮਾਇਆ ਦੀ ਰੋਸ਼ਨੀ ਜਿਹੜੀ ਹੈ ਉਹ ਮੇਰੇ ਜੀਵਨ ਦੇ ਵਿੱਚੋਂ ਘਟਦੀ ਜਾਏਗੀ ਤੇ ਇਸ ਰੋਸ਼ਨੀ ਦੇ ਅਨੁਸਾਰ ਮੈਂ ਆਪਣਾ ਜੀਵਨ ਜੀਣ ਲਈ ਜਿਹੜਾ ਹਮੇਸ਼ਾ ਉਪਰਾਲਾ ਔਰ ਉਦਮ ਕਰਦਾ ਰਹਾਂਗਾ। ਸੋ ਐਸਾ ਦੀਵਾ ਬਾਲੇ ਕੋਈ ਨਾਨਕ ਸੋ ਪਾਰੰਗਤ ਹੋਏ। ਹੁਣ ਗੁਰਬਾਣੀ ਮੈਨੂੰ ਕਹਿ ਰਹੀ ਹੈ ਕਿ ਵੀ ਹੈ ਨੇ ਐਸਾ ਦੀਵਾ ਬਾਲਣ ਵਾਲੇ, ਪਹਿਲਾਂ ਬਹੁਤ ਬਾਲ ਕੇ ਗਏ ਨੇ, ਹੁਣ ਵੀ ਹੈ ਨੇ, ਪਰ ਜੇ ਮੇਰੇ ਵਿੱਚ ਇਹ ਇੱਛਾ ਹੈਗੀ ਹੈ, ਜੇ ਮੈਂ ਇਹ ਸਮਝਦਾ ਕਿ ਮੈਂ ਆਪਣੇ ਅੰਦਰ ਇਹ ਦੀਵਾ ਬਾਲਣਾ ਹੈ, ਮੈਂ ਆਪ ਇਸ ਦੀਵੇ ਦੀ ਰੋਸ਼ਨੀ ਵਿੱਚ ਆਣਾ ਹੈ, ਤੇ ਇਸ ਤਰ੍ਹਾਂ ਦੇ ਦੀਵੇ ਬਾਲ ਕੇ ਪਹਿਲਾਂ ਹੋਰ ਜਿਹੜੇ ਗਏ ਨੇ ਮੈਨੂੰ ਮੇਰੇ ਵਾਸਤੇ ਉਹ ਇੰਸਪੀਰੇਸ਼ਨ ਬਣਨਗੇ, ਮੈਨੂੰ ਉਹਨਾਂ ਦਾ ਰਸਤਾ ਦਿਖੇਗਾ, ਤਾਂ ਜਿੱਦਾਂ ਜਿੱਦਾਂ ਇਹ ਦੀਵਾ ਬਲਦਾ ਜਾਏਗਾ ਉਦਾਂ ਉਦਾਂ ਨਾਮ ਦਾ ਜਿਹੜਾ ਰੰਗ ਹੈ ਉਹ ਮੇਰੇ ਜੀਵਨ ਵਿੱਚ ਝਲਕ ਦਿਖਾਏਗਾ। ਔਰ ਨਾਮ ਦੇ ਰੰਗ ਵਿੱਚ ਜਦੋਂ ਮੈਂ ਜੀਵਨ ਜੀਂਦਾ, ਜਦੋਂ ਉਪਰਾਲਾ ਕਰਦਾ, ਤਾਂ ਮੇਰੇ ਵਾਸਤੇ ਫਿਰ ਆਪਣਾ ਜੀਵਨ ਸਾਫ਼ ਬਣਦਾ। ਤਾਂ ਮੈਂ ਜਿਸ ਕਮਿਊਨਿਟੀ, ਜਿਸ ਸੁਸਾਇਟੀ, ਜਿਸ ਵੀ ਸੰਸਾਰ ਵਿੱਚ, ਜਿਸ ਵੀ ਜਗ੍ਹਾ ਤੇ ਬੈਠਾ, ਮੇਰਾ ਆਲਾ ਦੁਆਲਾ ਕਲੀਨ ਹੋ ਰਿਹਾ ਹੈ ਔਰ ਮੈਂ ਹਰੇਕ ਉਦਮ ਦੇ ਨਾਲ ਸੱਚ ਨੂੰ ਜਿਹੜਾ ਹੈ ਪ੍ਰਤੱਖ ਰੂਪ ਦੇ ਵਿੱਚ ਜ਼ਾਹਰ ਕਰਨ ਦੀ ਸਮਰੱਥਾ ਦੇ ਵਿੱਚ ਆਣਾ ਸ਼ੁਰੂ ਹੋ ਜਾਣਾ, ਤੇ ਇਹਦੇ ਨਾਲ ਜਿੰਨੇ ਵੀ ਸਾਡੇ ਕਮਿਊਨਿਟੀ ਚੈਲੰਜਸ ਨੇ ਉਹ ਵੀ ਕਲੀਨ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਸਮਾਂ ਜਦੋਂ ਅਸੀਂ ਸੱਚੇ ਰਾਹ ਤੇ ਚੱਲਦੇ ਹੋਏ ਆਪਣੀ ਮਾਇਆ ਦੀਆਂ ਲੋੜਾਂ ਨੂੰ ਘਟਾਉਂਦੇ ਹੋਏ, ਉਹਨਾਂ ਤੋਂ ਖਹਿੜਾ ਛੁਡਾਉਂਦੇ ਹੋਏ ਜਦੋਂ ਅਸੀਂ ਸੱਚ ਦੇ ਰਾਹ ਤੇ ਤੁਰੇ, ਸੱਚ ਦੀ ਰੋਸ਼ਨੀ ਵਿੱਚ ਆਏ, ਤਾਂ ਫਿਰ ਹੁਣ ਸਮਾਂ ਸੀ ਇਹਨੂੰ ਸੈਲੀਬ੍ਰੇਟ ਕਰਨ ਦਾ, ਜਦੋਂ ਮੈਂ ਆਪਣੇ ਬੰਧਨ ਕੱਟ ਲਏ ਗੁਰਬਾਣੀ ਦੀ ਰੋਸ਼ਨੀ ਦੇ ਦੁਆਰਾ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਅੰਤਰ ਜੋਤ ਰਾਮ ਪਰਗਾਸਾ, ਗੁਰਮੁਖੀ ਬਿਰਲੇ ਜਾਨੀ। ਹੁਣ ਇਹ ਅਸਲੀ ਵਿੱਚ ਸਮਾਂ ਹੈ ਜਦੋਂ ਮੈਂ ਸਮਝ ਆ ਗਈ ਮੈਨੂੰ ਆਪਣੇ ਮੂਲ ਦੀ, ਆਪਣੇ ਰਾਮ ਦੀ, ਜਿਹੜਾ ਘਟ ਘਟ ਮੈਂ ਹਰਜੂ ਵਸਿਆ ਹੈ, ਉਹ ਰਾਮ ਜਿਹੜਾ ਹਰੇਕ ਵਿੱਚ ਰਮਿਆ ਹੈ, ਜਿਹੜਾ ਰਮਿਆ ਹੋਇਆ ਰਾਮ ਜਦੋਂ ਮੈਂ ਉਹਨੂੰ ਸਮਝਿਆ ਤਾਂ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਉਹਦੀ ਮੈਨੂੰ ਸਮਝ ਆਈ। ਉਹਨੇ ਮੈਨੂੰ ਦਿਖਾਇਆ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤਾਂ ਹੁਣ ਮੈਂ ਸਵਾਰਥ ਵਾਲਾ ਜੀਵਨ ਛੱਡਿਆ, ਸੱਚ ਦੇ ਰਸਤੇ ਤੇ ਤੁਰਿਆ। ਇਸ ਰਸਤੇ ਤੇ ਮੈਂ ਉਸ ਵੇਲੇ ਦਾ ਧੱਕਾ ਖਾ ਰਿਹਾ ਸੀ ਜਦੋਂ ਮੇਰਾ ਸੱਚਖੰਡ ਤੋਂ ਵਿਛੋੜਾ ਪਿਆ ਸੀ। ਸੋ ਇੰਨਾ ਲੰਬਾ ਸਫ਼ਰ ਚੱਲਣ ਤੋਂ ਬਾਅਦ ਜਦੋਂ ਮੈਨੂੰ ਇਹ ਸਮਝ ਆ ਰਹੀ ਹੈ, ਇਸ ਰੋਸ਼ਨੀ ਦੇ ਵਿੱਚੋਂ ਦੀ ਜਦੋਂ ਮੈਂ ਨਿਕਲ ਕੇ ਇਸ ਸਫ਼ਰ ਚੋਂ, ਇਸ ਰੋਸ਼ਨੀ ਦੀ ਗਾਈਡੈਂਸ ਵਿੱਚੋਂ ਚੱਲਦਾ ਹੋਇਆ ਇਹਨੂੰ ਅਚੀਵ ਕੀਤਾ, ਤਾਂ ਇਹ ਅਸਲੀ ਸਮਾਂ ਸੀ ਸਾਨੂੰ ਸਮਝਣ ਦਾ। ਹੁਣ ਅਸੀਂ ਇਹਨੂੰ ਸੈਲੀਬ੍ਰੇਟ ਕਰ ਸਕਦੇ ਹਾਂ। ਸੋ ਇਹ ਜਿਹੜੇ ਸਾਡੇ ਆਬਜੈਕਟਿਵ ਨੇ, ਬੰਦੀ ਛੋੜ ਦਿਵਸ ਜਾਂ ਦੀਵਾਲੀ, ਇਹਨਾਂ ਦਾ ਮੇਨ ਆਬਜੈਕਟਿਵ, ਇਹਨਾਂ ਨੂੰ ਸੈਲੀਬ੍ਰੇਟ ਕਰਨ ਦਾ ਵੀ ਆਬਜੈਕਟਿਵ ਇਹੀ ਸਾਡਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਵੱਲ ਝਾਤ ਮਾਰੀਏ, ਆਪਣੇ ਆਪ ਨੂੰ ਇਸ ਚੀਜ਼ ਤੋਂ ਜਾਣੂ ਕਰਵਾਈਏ ਕਿ ਮੈਂ ਕਿਹਨਾਂ ਚੇਨਾਂ ਦੇ ਵਿੱਚ ਬੰਨਿਆ ਹੋਇਆ, ਮੇਰੇ ਬੰਧਨ ਕਿਹੜੇ ਨੇ, ਕਿਹੜਾ ਮੇਰਾ, ਕਿਵੇਂ ਮੈਂ ਉਹਨਾਂ ਬੰਧਨਾਂ ਦੇ ਵਿੱਚੋਂ ਦੀ ਆਪਣੇ ਆਪ ਹੀ ਰਾਵਣ ਦਾ ਰੂਪ ਧਾਰਨ ਕਰਦਾ। ਤਾਂ ਜਿੰਨਾ ਜ਼ਿਆਦਾ ਮੈਂ ਆਪਣੇ ਆਪ ਨੂੰ ਪ੍ਰੇਰਨਾ ਦਿਆਂਗਾ, ਆਪਣੀਆਂ ਜਿਹੜੀਆਂ ਵੀਕਨੈਸਿਸ ਨੇ, ਆਪਣੀਆਂ ਸ਼ਾਰਟਕਮਿੰਗਸ ਨੇ, ਉਹਨਾਂ ਵੱਲ ਧਿਆਨ ਦਿਆਂਗਾ, ਜਿਹੜੀਆਂ ਮੈਨੂੰ ਸੱਚੇ ਰਸਤੇ ਤੋਂ, ਗੁਰਬਾਣੀ ਦੀ ਗਾਈਡੈਂਸ ਤੇ ਚੱਲਣ ਤੋਂ ਰੋਕ ਰਹੀਆਂ ਨੇ, ਫਿਰ ਮੈਂ ਗੁਰਬਾਣੀ ਦੀ ਗਾਈਡੈਂਸ ਦੇ ਵਿੱਚ ਆਪਣੇ ਆਪ ਹੀ ਆਣਾ ਸ਼ੁਰੂ ਹੋਵਾਂਗਾ। ਜਿੰਨਾ ਚਿਰ ਤੱਕ ਮੈਂ ਆਪਣੀ ਪ੍ਰੋਬਲਮ ਨੂੰ ਆਇਡੈਂਟੀਫਾਈ ਨਹੀਂ ਕਰ ਰਿਹਾ, ਉਹਨਾਂ ਚਿਰ ਤੱਕ ਮੈਂ ਗੁਰਬਾਣੀ ਕੋਲ ਸੋਲੂਸ਼ਨ ਲੈਣ ਲਈ ਕਦੇ ਵੀ ਉਪਰਾਲਾ ਨਹੀਂ ਕਰਾਂਗਾ। ਸੋ ਹਮੇਸ਼ਾ ਮੈਨੂੰ ਸਮਝਣਾ, ਜਦੋਂ ਮੈਂ ਗੁਰਬਾਣੀ ਦੀ ਰੋਸ਼ਨੀ ਵਿੱਚ ਆ ਰਿਹਾ, ਜਿੱਦਾਂ ਦਾ ਮੈਨੂੰ ਗੁਰਮਤਿ ਨੇ ਰਸਤਾ ਦਿਖਾਇਆ, ਉਸ ਰਸਤੇ ਤੇ ਚੱਲ ਰਿਹਾ, ਤਾਂ ਜਿਹੜਾ ਰਾਮ ਮੇਰੇ ਅੰਦਰ ਸੀਗਾ, ਉਹ ਰਾਮ ਨੇ ਫਿਰ ਇਹ ਜਿਹੜੀ ਜੰਗ ਸੀਗੀ, ਜਿਸ ਜੰਗ ਵਿੱਚ ਮੈਂ ਬਹੁਤ ਸਮੇਂ ਤੋਂ ਲੜਦਾ ਆ ਰਿਹਾ ਸੀ, ਉਹ ਜਿੱਤ ਲਈ।
ਔਰ ਜਿੱਤ ਕੇ ਹੀ ਅਸਲ ਵਿੱਚ ਫਿਰ ਆਪਣੇ ਬੰਧਨਾਂ ਤੋਂ ਛੁਟਕਾਰਾ ਪਾਇਆ। ਤੇ ਉਹ ਬੰਧਨਾਂ ਤੋਂ ਛੁਟਕਾਰਾ ਪਾਉਣ ਲਈ ਜਿਹੜੀ ਸਾਨੂੰ ਸਹਾਇਤਾ ਮਿਲੀ ਉਹ ਗੁਰਬਾਣੀ ਤੋਂ ਮਿਲੀ। ਉਹ ਗੁਰਬਾਣੀ ਮੇਰਾ ਫੇਰ ਬੰਦੀ ਛੋੜ ਜਿਹੜਾ ਬਣ ਜਾਂਦੀ ਹੈ ਤੇ ਮੈਂ ਆਪਣੇ ਬੰਧਨਾਂ ਤੋਂ ਗੁਰਮਤ ਦੀ ਰੋਸ਼ਨੀ ਵਿੱਚ ਚੱਲਦਾ ਹੋਇਆ ਛੁਟਕਾਰਾ ਪਾ ਸਕਦਾ ਹਾਂ। ਇਹਨਾਂ ਸ਼ਬਦਾਂ ਦੇ ਨਾਲ ਇਹ ਵੈਬੀਨਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ